ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਵਾਰ ਇੱਕ ਜੰਗਲ ਦੇ ਵਿੱਚ ਇੱਕ ਕੀੜਾ ਤੁਰਿਆ ਫਿਰਦਾ ਸੀ। ਉਸਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਸੀ, ਪਰ ਉਸਨੂੰ ਪੀਣ ਲਈ ਪਾਣੀ ਨਹੀਂ ਸੀ ਮਿਲ ਰਿਹਾ। ਪਾਣੀ ਦੀ ਤਲਾਸ਼ ਵਿੱਚ ਉਹ ਕਦੇ ਕਿਤੇ ਜਾ ਰਿਹਾ, ਕਦੇ ਉਹ ਕਿਤੇ ਜਾ ਰਿਹਾ ਸੀ। ਪਾਣੀ ਦੀ ਤਲਾਸ਼ ਦੇ ਵਿੱਚ ਫਿਰ ਉਹ ਇੱਕ ਉੱਚੇ ਪਹਾੜ ਵੱਲ ਨੂੰ ਕੂਚ ਕਰ ਗਿਆ। ਪਹਾੜ ਤੇ ਜਾ ਕੇ ਦੇਖਦਾ ਹੈ ਕਿ ਥੱਲੇ ਇੱਕ ਨਦੀ ਹੈ। ਜ਼ਿਆਦਾ ਪਿਆਸਾ ਹੋਣ ਕਰਕੇ, ਜ਼ਿਆਦਾ ਤੇਹ ਲੱਗੀ ਹੋਈ ਹੋਣ ਕਰਕੇ ਉਹਦਾ ਆਪਣੇ ਆਪ ਤੇ ਕਾਬੂ ਨਹੀਂ ਰਿਹਾ, ਆਪਣੇ ਆਪ ਤੇ ਨਿਯੰਤਰਣ ਨਹੀਂ ਰਿਹਾ। ਅਚਾਨਕ ਉਹ ਉਸ ਪਹਾੜੀ ਤੋਂ ਫਿਸਲ ਗਿਆ। ਪਹਾੜੀ ਤੋਂ ਫਿਸਲ ਕੇ ਜਾ ਕੇ ਸਿੱਧਾ ਉਹ ਨਦੀ ਦੇ ਵਿੱਚ ਡਿੱਗ ਪਿਆ। ਹੁਣ ਉਹ ਡੁੱਬਣ ਲੱਗਿਆ। ਹੁਣ ਉਸਨੂੰ ਤੇਹ, ਪਿਆਸ ਸਭ ਕੁਝ ਭੁੱਲ ਚੁੱਕਿਆ ਸੀ। ਉਹ ਆਪਣਾ ਹੱਥ ਪੈਰ ਮਾਰਨ ਦੀ ਯਤਨ ਕਰ ਰਿਹਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਬਾਹਰ ਆ ਜਾਵਾਂ। ਉਹ ਵਹਿੰਦਾ ਵਹਿੰਦਾ ਅੱਗੇ ਜਾ ਰਿਹਾ ਸੀ ਤੇ ਨਾਲ ਨਾਲ ਡੁੱਬ ਰਿਹਾ ਸੀ, ਜਿਵੇਂ ਕਿ ਉਸਨੇ ਕੁਛ ਹੀ ਪਲਾਂ ਦੇ ਵਿੱਚ ਡੁੱਬ ਜਾਣਾ ਹੋਵੇ। ਇਸੇ ਨਦੀ ਦੇ ਕਿਨਾਰੇ ਤੇ ਇੱਕ ਵਿਸ਼ਾਲ ਰੁੱਖ ਸੀ। ਰੁੱਖ ਦੇ ਉੱਪਰ ਇੱਕ ਕਬੂਤਰ ਬੈਠਾ ਹੋਇਆ ਸੀ। ਕਬੂਤਰ ਨੇ ਜਦੋਂ ਬੜੇ ਗੌਰ ਨਾਲ ਦੇਖਿਆ ਤਾਂ ਉਸਨੂੰ ਪਤਾ ਲੱਗਿਆ ਕਿ ਕੋਈ ਕੀੜਾ ਡੁੱਬ ਰਿਹਾ ਹੈ। ਉਸਨੇ ਆਪਣੀ ਬੁੱਧੀ ਤੋਂ ਕੰਮ ਲਿਆ। ਉਸਨੇ ਜਲਦੀ ਨਾਲ ਇੱਕ ਪੱਤਾ ਤੋੜ ਲਿਆ ਤੇ ਭੱਜ ਕੇ ਉਸ ਕੀੜੇ ਵੱਲ ਨੂੰ ਅੱਗੇ ਨੂੰ ਵਧਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਉਸਨੇ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ। 2-3 ਵਾਰ ਉਸਨੇ ਉਸਦੇ ਅੱਗੇ ਪੱਤਾ ਚੁੱਕ ਕੇ ਉਸਦੇ ਅੱਗੇ ਰੱਖਿਆ ਤਾਂ ਕਿ ਉਸਨੂੰ ਆਸਾਨੀ ਹੋ ਜਾਵੇ ਬਾਹਰ ਨਿਕਲਣ ਦੀ। ਉਸਨੇ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ। ਉਸਨੂੰ ਸੀ ਕਿ ਮੈਂ ਇਸ ਨੂੰ ਬਚਾਉਣਾ ਹੈ, ਚਾਹੇ ਇੱਕ ਵਾਰ ਆਪਣਾ ਕੋਈ ਨੁਕਸਾਨ ਹੋ ਜਾਵੇ। ਕੁਛ ਸਮੇਂ ਦੀ ਜੱਦੋ-ਜਹਿਦ ਦੇ ਬਾਅਦ ਉਸਨੇ ਉਸ ਕੀੜੇ ਨੂੰ ਸਫਲਤਾਪੂਰਵਕ ਨਦੀ ਤੋਂ ਬਾਹਰ ਕੱਢ ਲਿਆ। ਉਸ ਤੋਂ ਬਾਅਦ ਉਹਨਾਂ ਦੀ ਦੋਸਤੀ ਹੋ ਗਈ। ਆਪਸ ਦੇ ਵਿੱਚ ਦੋਵੇਂ ਮਿੱਤਰ ਬਣ ਗਏ। ਜੰਗਲ ਦੇ ਹੀ ਇੱਕ ਗਿੱਦੜ ਨੇ ਕੀੜੇ ਨੂੰ ਡੁੱਬਦਿਆਂ ਦੇਖਿਆ ਸੀ ਅਤੇ ਗਿੱਦੜ ਨੇ ਇਹ ਵੀ ਦੇਖਿਆ ਕਿ ਕਿਵੇਂ ਜਾਂਬਾਜ਼ ਤਰੀਕੇ ਦੇ ਨਾਲ ਉਸ ਕਬੂਤਰ ਨੇ ਉਸ ਕੀੜੇ ਦੀ ਜਾਨ ਬਚਾਈ। ਅਗਲੇ ਦਿਨ ਉਹ ਉਸ ਕਬੂਤਰ ਦੇ ਕੋਲ ਆਇਆ। ਗਿੱਦੜ ਕਹਿਣ ਲੱਗਿਆ ਕਿ ਕਬੂਤਰ ਭਾਈ, ਤੂੰ ਮੈਨੂੰ ਲੱਗਦਾ ਕਿ ਦਿਮਾਗੋਂ ਪੈਦਲ ਹੈ। ਕੱਲ ਮੈਂ ਤੈਨੂੰ ਦੇਖਿਆ ਕਿ ਤੂੰ ਇੱਕ ਕੀੜੇ ਦੀ ਜਾਨ ਬਚਾਈ ਹੈ। ਤੂੰ ਤਾਂ ਆਪਣੀ ਜਾਨ ਤੇ ਵੀ ਖੇਡ ਗਿਆ। ਤੂੰ ਆਪਣੀ ਜਾਨ ਦਾ ਦਾਅ ਲਾ ਦਿੱਤਾ। ਜੇ ਕੱਲ ਕੋਈ ਥੋੜੀ ਜਿਹੀ ਹੋਰ ਕੁਤਾਹੀ ਹੋ ਜਾਂਦੀ, ਤੂੰ ਤਾਂ ਡੁੱਬ ਜਾਣਾ ਸੀ, ਤੂੰ ਬਚਣਾ ਨਹੀਂ ਸੀ। ਮੈਨੂੰ ਸਮਝ ਨਹੀਂ ਆਉਂਦੀ ਤੂੰ ਕੀੜੇ ਦੀ ਜਾਨ ਕਿਉਂ ਬਚਾਈ। ਇੱਕ ਬਹੁਤ ਛੋਟਾ ਕੀੜਾ ਤੇਰੀ ਭਵਿੱਖ ਵਿੱਚ ਕੀ ਮਦਦ ਕਰੇਗਾ? ਉਸਨੇ ਤੇਰਾ ਕੀ ਫਾਇਦਾ ਕਰਨਾ ਹੈ? ਤੂੰ ਕੀ ਸੋਚ ਕੇ ਉਹਦੀ ਜਾਨ ਬਚਾਈ? ਤਾਂ ਕਬੂਤਰ ਨੇ ਉੱਤਰ ਦਿੱਤਾ ਕਿ ਮੈਂ ਕੁਛ ਵੀ ਸੋਚ ਕੇ ਉਹਦੀ ਜਾਨ ਨਹੀਂ ਬਚਾਈ। ਇਹ ਮੇਰਾ ਫਰਜ਼ ਬਣਦਾ ਸੀ, ਇਹ ਨੇਕੀ ਸੀ। ਮੈਂ ਕਿਸੇ ਡੁੱਬਦੇ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਮੈਨੂੰ ਪਰਮਾਤਮਾ ਨੇ ਹੁਕਮ ਕੀਤਾ, ਸੰਦੇਸ਼ ਦਿੱਤਾ ਤੇ ਮੈਂ ਉਸ ਨੂੰ ਬਚਾ ਲਿਆ। ਮੈਨੂੰ ਬਦਲੇ ਵਿੱਚ ਉਸ ਤੋਂ ਕੁਛ ਨਹੀਂ ਚਾਹੀਦਾ। ਗਿੱਦੜ ਕਹਿੰਦਾ, ਤੂੰ ਤਾਂ ਫਿਰ ਪਾਗਲ ਹੈ। ਜੇ ਤੈਨੂੰ ਕੁਛ ਨਹੀਂ ਚਾਹੀਦਾ ਤੇ ਤੂੰ ਐਵੇਂ ਨੇਕੀ ਕਰਦਾ ਫਿਰਦਾ ਹੈ। ਇੰਨੀ ਗੱਲ ਕਹਿ ਕੇ ਉਹ ਚਲਿਆ ਗਿਆ। ਥੋੜੇ ਦਿਨਾਂ ਬਾਅਦ ਸਾਰਾ ਕੁਝ ਪਹਿਲਾਂ ਵਾਂਗ ਚੱਲਣ ਲੱਗਿਆ। ਉਸ ਕੀੜੇ ਦੀ ਤੇ ਕਬੂਤਰ ਦੀ ਵਧੀਆ ਦੋਸਤੀ ਹੋ ਗਈ। ਇੱਕ ਦਿਨ ਕੀ ਹੋਇਆ ਕਿ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਆ ਗਿਆ। ਸ਼ਿਕਾਰੀ ਸੇਧ ਲਾ ਕੇ ਬੈਠਾ ਹੋਇਆ ਸੀ। ਸ਼ਿਕਾਰੀ ਨੇ ਨਿਸ਼ਾਨਾ ਬੰਨਿਆ ਹੋਇਆ ਸੀ ਉਸ ਕਬੂਤਰ ਵੱਲ। ਸ਼ਿਕਾਰੀ ਉਸ ਕਬੂਤਰ ਦਾ ਸ਼ਿਕਾਰ ਕਰਨਾ ਚਾਹੁੰਦਾ ਸੀ। ਜਦੋਂ ਇਹ ਗੱਲ ਕੀੜੇ ਨੇ ਦੇਖ ਲਈ ਤਾਂ ਕੀੜੇ ਨੇ ਉਸ ਸ਼ਿਕਾਰੀ ਦੇ ਪੈਰ ਤੇ ਬਹੁਤ ਜ਼ੋਰ ਦੀ ਚੱਕ ਭਰ ਲਿਆ। ਉਸਦੇ ਪੈਰ ਤੇ ਦੰਦੀ ਵੱਢ ਦਿੱਤੀ ਤੇ ਉਸ ਦੀਆਂ ਚੀਕਾਂ ਨਿਕਲ ਗਈਆਂ। ਉਸਦੇ ਹੱਥੋਂ ਬੰਦੂਕ ਛੁੱਟ ਗਈ। ਕਬੂਤਰ ਨੂੰ ਪਤਾ ਲੱਗ ਗਿਆ ਕਿ ਸ਼ਿਕਾਰੀ ਮੈਨੂੰ ਮਾਰਨਾ ਚਾਹੁੰਦਾ ਸੀ। ਉਸਨੂੰ ਇਹ ਵੀ ਪਤਾ ਲੱਗ ਗਿਆ ਕਿ ਮੇਰੇ ਸਾਥੀ ਨੇ, ਮੇਰੇ ਮਿੱਤਰ ਨੇ, ਉਸ ਕੀੜੇ ਨੇ ਮੇਰੀ ਜਾਨ ਬਚਾਈ ਹੈ। ਸੋ ਉਸਨੇ ਜਾ ਕੇ ਉਸਦਾ ਧੰਨਵਾਦ ਕੀਤਾ। ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਕੀ ਦੱਸਣਾ ਚਾਹੁੰਦਾ ਹੈ? ਜਦੋਂ ਇੱਕ ਬੰਦਾ ਸਾਰੇ ਸਵਾਰਥ ਤਿਆਗ ਕੇ, ਨਿੱਜੀ ਭਾਵਨਾ ਤਿਆਗ ਕੇ, ਆਪਣਾ ਫਾਇਦਾ ਨੁਕਸਾਨ ਦੀ ਸੋਚ ਪਾਸੇ ਰੱਖ ਕੇ ਕਿਸੇ ਦੀ ਮਦਦ ਕਰਦਾ ਹੈ ਤੇ ਕਾਇਨਾਤ ਉਸਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮਦਦ ਉਹਦੇ ਤੱਕ ਵਾਪਸ ਪਹੁੰਚਾ ਦਿੰਦੀ ਹੈ। ਜਿੰਨੀ ਉਸਨੇ ਕਿਸੇ ਦੀ ਕੀਤੀ ਹੁੰਦੀ ਹੈ, ਦੁੱਗਣੀ ਚੌਗਣੀ ਕੁਦਰਤ, ਇਹ ਕਾਇਨਾਤ ਉਹਦੇ ਤੱਕ ਵਧਾ ਚੜਾ ਕੇ ਉਹਦਾ ਫਾਇਦਾ, ਉਹਦਾ ਲਾਭ ਪਹੁੰਚਾਉਂਦੀ ਹੈ। ਪਰ ਸ਼ਰਤ ਇਹ ਹੈ ਕਿ ਜਦੋਂ ਬੰਦਾ ਕਿਸੇ ਤੇ ਨੇਕੀ ਕਰ ਰਿਹਾ ਜਾਂ ਪਰਮਾਤਮਾ ਨੇ ਜਦੋਂ ਮੌਕਾ ਦਿੱਤਾ ਹੈ ਕਿ ਕਿਸੇ ਦਾ ਭਲਾ ਕਰੀਏ, ਉਦੋਂ ਆਪਣੇ ਮਨ ਵਿੱਚ ਸਵਾਰਥ ਨਾ ਰੱਖੇ, ਨਿੱਜ ਭਾਵਨਾ ਨਾ ਰੱਖੇ। ਇਹ ਨਾ ਸੋਚੇ ਕਿ ਮੈਂ ਫਲਾਣੇ ਦੀ ਮਦਦ ਕਰ ਰਿਹਾ, ਮੇਰਾ ਫਾਇਦਾ ਕੀ ਹੋਊਗਾ, ਨੁਕਸਾਨ ਕੀ ਹੋਊਗਾ। ਉਸ ਕਬੂਤਰ ਨੇ ਉਸ ਕੀੜੇ ਦੀ ਜਾਨ ਬਚਾਈ ਤੇ ਉਸ ਕੀੜੇ ਨੇ ਉਸ ਕਬੂਤਰ ਨੂੰ ਉਸ ਸ਼ਿਕਾਰੀ ਤੋਂ ਬਚਾ ਲਿਆ। ਸੋ ਇਹ ਕੁਦਰਤ ਦਾ ਨਿਯਮ ਹੈ ਕਿ ਜਦੋਂ ਕੋਈ ਬੰਦਾ ਮਨ ਵਿੱਚ ਕਿਸੇ ਕਿਸਮ ਦਾ ਫਾਇਦਾ ਨੁਕਸਾਨ ਪਾਸੇ ਰੱਖ ਕੇ ਕੁਦਰਤ ਲਈ ਕੁਝ ਕਰਦਾ ਹੈ, ਕੁਦਰਤ ਉਹਦੇ ਲਈ ਬਹੁਤ ਕੁਝ ਕਰਦੀ ਹੈ।